ਤੁਹਾਡੇ ਕੋਈ 2 ਦਿਨ ਸਾਥੀ ਸੀ ਜੋ ਆਤਮ ਹੱਤਿਆ ਕਰਨ ਵਾਲੇ ਪਾਸੇ ਚਲੇ ਗਏ ਵੀ ਹੁਣ ਅਸੀਂ ਆਤਮ ਹੱਤਿਆ ਕਰ ਲਾਂਗੇ, 50-50 ਲੱਖ ਲਾ ਕੇ ਗਏ ਹੋ। ਕੁਛ ਕੁ ਦਿਨ ਪਹਿਲਾਂ ਇੱਕ ਉੱਥੇ ਸਟੂਡੈਂਟ ਸੀ, ਉਹਨੇ ਵੀ ਸੁਸਾਈਡ ਕਰ ਲਿੱਤਾ ਹੈਗਾ ਇਸੇ ਕਿਸੇ ਕੰਮਾਂ ਕਰਕੇ, ਕਿਉਂਕਿ ਉਹ ਵੀ ਡਿਪਰੈਸ਼ਨ ਜਾ ਕੇ ਖੁਦ ਉਹ ਨਿਊਜ਼ੀਲੈਂਡ ਦੀ ਡਿਪਰੈਸ਼ਨ ਜਾ ਕੇ ਸਟੂਡੈਂਟ ਨੇ ਆਤਮ ਹੱਤਿਆ ਕਰ ਲਈ ਆ। ਤੁਸੀਂ ਕਿਹੜੀ ਕੰਟਰੀ ਚੋਂ? ਮੈਂ ਨਿਊਜ਼ੀਲੈਂਡ ਤੋਂ ਹੀ ਅਜੇ ਮੈਂ ਫਸਟ ਟਾਈਮ ਜਾਣਾ ਸੀਗਾ ਜੀ। ਮੇਰੇ ਪਾਰਟਨਰ ਉੱਧਰ ਹੀ ਹੈ ਜੀ। ਇਹ ਮੇਰੀ 7 ਮਾਰਚ ਨੂੰ ਜੀ ਵੀਜ਼ਾ ਆਇਆ ਸੀਗਾ ਜੀ, ਤੇ 23 ਮਾਰਚ ਦੀ ਮੇਰੀ ਫਲਾਈਟ ਸੀ। ਇਹ ਫਸਟ ਟਾਈਮ ਜਾਣਾ ਸੀਗਾ ਜੀ। ਕੋਵਿਡ ਕਰਕੇ ਆਪਣਾ 19 ਤਰੀਕ ਨੂੰ ਬਾਰਡਰ ਬੰਦ ਕਰਤਾ ਜੀ ਇਹਨਾਂ ਨੇ। ਇੰਡੀਆ ਦੀ ਕ੍ਰਿਕਟ ਟੀਮ ਵੀ ਜਾ ਸਕਦੀ ਆ, ਇੰਡੀਆ ਸਪੋਰਟਸਮੈਨ ਜਾ ਸਕਦਾ ਵਾ, ਕਿਉਂਕਿ ਉਹਨਾਂ ਨੂੰ ਇਕੋਨਮੀ ਨੂੰ ਫਾਇਦਾ ਹੁੰਦਾ ਵਾ। ਅਸੀਂ ਜਿਹੜੀ ਪੇ ਕੀਤੀ ਆ ਵੀ ਸਾਡਾ ਕੋਈ ਮਤਲਬ ਕਿ ਮੁੱਲ ਹੀ ਨਹੀਂ ਆ। ਅਸੀਂ ਵੀ ਲੀਗਲ ਰਾਈਟਸ ਆ, ਸਾਡੇ ਵੀਜ਼ੇ ਤੇ ਲਿਖਿਆ ਹੋਇਆ ਵਾ ਵੀ ਤੁਸੀਂ ਮਲਟੀਪਲ ਐਂਟਰੀ ਕਰ ਸਕਦੇ ਸੀ, ਫਿਰ ਸਾਨੂੰ ਕਿਉਂ ਨਹੀਂ ਬੁਲਾ ਰਹੇ? ਤੁਸੀਂ ਐਗਜ਼ਾਮਪਲ ਲੈ ਲਓ ਵੀ ਕਿਸਾਨ ਵੀ ਬੈਠੇ ਨੇ, ਮਤਲਬ ਕਿ ਕਿੰਨਾ ਚਿਰ ਹੋ ਗਿਆ ਨਹੀਂ ਉੱਠੇ। ਅਸੀਂ ਵੀ ਇੱਕ ਵਾਰੀ ਹੰਗਰ ਸਟ੍ਰਾਈਕ ਤੇ ਬੈਠ ਕੇ, ਚਾਹੇ ਕੁਝ ਵੀ ਹੋ ਜਾਏ, ਠੀਕ ਹੈ ਨਾ, ਹੋ ਬੜਾ ਕੁਝ ਸਕਦਾ ਵਾ ਕਿਉਂਕਿ ਜੰਗ ਏਜ ਆ, ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਐਰਕੀ ਅਸੀਂ ਉਹਨਾਂ ਕੋਲ ਜਵਾਬ ਲੈ ਕੇ ਹੀ ਪਿੱਛੇ ਹਟਾਂਗੇ। ਆਪਣਾ ਪੈਸਾ ਕਮਾਉਣ ਦਾ ਸਮਾਂ ਆਇਆ ਸੀ, ਅਸੀਂ ਆਪਣੀ ਫੈਮਿਲੀ ਨੂੰ ਮਿਲ ਇੰਡੀਆ ਆਏ। ਮੇਰਾ ਖੁਦ ਦਾ ਵਿਆਹ ਸੀਗਾ, ਮੈਂ ਆਪਣਾ ਵਿਆਹ ਕਰਨ ਆਇਆ ਸੀ, ਮੁੜ ਕੇ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਮੈਂ ਇੱਥੇ ਫਸ ਗਿਆ। ਜਿਵੇਂ ਮੈਂ ਹਫਤਾ ਨਵਾਂ ਸ਼ੁਰੂ ਹੁੰਦਾ, ਟੈਨਸ਼ਨਾਂ ਇੰਨੀ ਹੋ ਜਾਂਦੀਆਂ ਨੇ ਕਿ ਕੀ ਕਰੀਏ, ਰਾਤ ਨੂੰ ਨੀਂਦ ਨਹੀਂ ਆਉਂਦੀ, ਸਟ੍ਰੈਸ ਲੈਵਲ ਇੰਨਾ ਹਾਈ ਹੋ ਰਿਹਾ ਕਿ ਪੁੱਛੋ ਨਾ ਤੁਸੀਂ। ਕਿੰਨੇ ਕੁ ਪੰਜਾਬ ਦੇ ਵਿੱਚ ਨੌਜਵਾਨ ਹੈਗੇ ਨੇ ਜੋ ਬਾਹਰੋਂ ਇੱਥੇ ਆਇਆ ਸੀ, ਉਹ ਕੋਵਿਡ ਕਰਕੇ ਫਸ ਗਿਆ ਸੀ? ਦੇਖੋ ਜੀ, ਪੰਜਾਬ 'ਚ ਮੈਨੂੰ ਲੱਗਦਾ ਘੱਟੋ ਘੱਟ ਵੀ ਅਰਾਊਂਡ 500-600 ਬੰਦਾ ਹੋਊਗਾ, ਤੇ ਫੈਮਿਲੀਜ਼ ਵੀ ਨੇ ਜਿਨ੍ਹਾਂ ਦੀ ਜਿਹੜੇ ਕਈਆਂ ਦੀ ਵਾਈਫ ਉੱਥੇ ਹੈ, ਕਈਆਂ ਦੇ ਹਸਬੈਂਡ ਇੱਥੇ ਨੇ, ਕਈ ਨਾ ਉੱਥੇ ਵਾਈਫ ਕੰਮ ਕਰ ਸਕਦੀ ਹੈ ਕਿਉਂਕਿ ਉੱਥੇ ਬੱਚੇ ਕਿਵੇਂ ਰੱਖੀਏ। ਡਿਪਰੈਸ਼ਨ ਹੋ ਰਹੇ ਨੇ ਕਈ, ਤਾਂ ਇਹ ਕਹਿੰਦੇ ਨੇ ਕਿ ਸੁਸਾਈਡ ਵਾਲੇ ਪਾਸੇ ਵੀ ਜ਼ਿਆਦੇ ਨੇ। ਹਾਂਜੀ, ਬਹੁਤ 4-5 ਕੁੜੀਆਂ ਨੇ ਤੇ 2-3 ਮੁੰਡੇ ਨੇ ਜਿਹੜੇ ਮੇਰੇ ਨੌਲੇਜ 'ਚ ਨੇ, ਜਿਹੜੇ ਸਾਡਾ ਗਰੁੱਪ ਬਣਿਆ ਹੋਇਆ ਹੈ। ਤੇ ਉਹ ਕਈ ਵਾਰ ਉਹਨਾਂ ਦੇ ਘਰਾਂ ਤੋਂ ਫੋਨ ਆ ਜਾਂਦਾ ਕਿ ਸਭ ਉਹ ਆਏ ਨਹੀਂ ਹੈ। ਕਦੀ ਅਸੀਂ ਫਿਰ ਉਹਨੂੰ ਲੱਭਣ ਜਾਂਦੇ ਹਾਂ, ਕਦੀ ਕੋਈ ਕਿਸੇ ਪਾਰਕ 'ਚ ਮਿਲਦਾ ਹੈ। ਉਹ ਤੁਹਾਡਾ ਕੀ ਨੁਕਸਾਨ ਹੋ ਰਿਹਾ? ਕਿੰਨੇ ਪੈਸੇ ਤੁਸੀਂ ਲਾ ਕੇ ਬਾਹਰ ਗਏ ਹੋ? ਤੇ ਜਦੋਂ ਇੱਥੋਂ ਅਸੀਂ ਗਏ ਸੀ, ਕਮ ਸੇ ਕਮ 20 ਤੇ 25 ਲੱਖ ਦੇ ਰੁਪਈਆ ਲਾ ਕੇ ਗਏ ਸੀਗੇ। ਸਾਡੇ ਲਈ ਨਿਊਜ਼ੀਲੈਂਡ ਦੀ ਸਰਕਾਰ ਨੇ ਬਾਰਡਰ ਬੰਦ ਕਰ ਦਿੱਤਾ ਤੇ ਅਸੀਂ 1.5 ਸਾਲ ਤੋਂ ਇੱਥੇ ਫਸੇ ਹੋਏ ਆ, ਇੱਥੇ ਹੀ ਰਹਿ ਰਹੇ ਆ। ਹੁਣ ਜਿੰਨਾ ਵੀ ਸਮਾਨ ਪਿਆ ਸੀਗਾ ਸਾਡਾ ਤਾਂ ਖਰਾਬ ਹੋ ਰਿਹਾ। ਗੱਡੀਆਂ ਸੜਕਾਂ 'ਤੇ ਖੜੀਆਂ ਨੇ, ਕਿਸ਼ਤਾਂ ਜਾ ਰਹੀਆਂ ਨੇ, ਇੰਸ਼ੋਰੈਂਸ ਦੀ ਕਿਸ਼ਤ ਜਾਰੀ ਹੈ। ਹਰ ਹਫਤੇ ਉੱਥੇ ਜੋ ਵੀ ਸਮਾਨ ਦਾ ਹੁੰਦਾ ਹੈ ਉਹ ਹਰ ਹਫਤੇ ਇੰਸਟਾਲਮੈਂਟ ਜਾਂਦੀਆਂ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਬਾਹਰ ਪੰਜਾਬ ਤੋਂ ਜਿਹੜੇ ਬਾਹਰ ਸਟੂਡੈਂਟ ਗਏ ਸੀ, ਵਰਕ ਪਰਮਿਟ ਤੇ ਗਏ ਸੀ, ਲੋਕਡਾਊਨ ਦੇ ਕਾਰਨ ਕਿਸੇ ਨਾ ਕਿਸੇ ਵਜ੍ਹਾ ਤੇ ਭਾਰਤ ਵਿੱਚ ਫਸ ਗਏ ਸੀ। ਹੁਣ ਉਸ ਤੋਂ ਬਾਅਦ ਲਗਭਗ 1.5 ਸਾਲ ਹੋ ਗਿਆ ਇੱਥੇ ਮੌਜੂਦ ਨੇ, ਪਰ ਹੁਣ ਤੱਕ 1.5 ਸਾਲ ਦੇ ਵਿੱਚ ਜੇ ਇੱਥੇ ਮੌਜੂਦ ਨੇ ਤਾਂ ਬਾਹਰ ਜੋ ਇਹਨਾਂ ਨੇ ਮਕਾਨ ਲਏ ਸੀ ਕਿਰਾਏ ਦੇ ਉੱਤੇ, ਇਹਨਾਂ ਦਾ ਸਮਾਨ, ਇਹਨਾਂ ਦੀ ਗੱਡੀਆਂ ਅੱਜ ਵੀ ਸੜਕ ਉੱਤੇ ਰੁਲ ਰਹੀਆਂ ਨੇ, ਅੱਜ ਵੀ ਕਿਰਾਇਆ ਦੇ ਰਹਿੰਦੇ ਇੱਥੇ ਪਏ ਨੇ, ਤਾਂ ਨਿਊਜ਼ੀਲੈਂਡ ਵਾਪਸ ਨਹੀਂ ਜਾ ਸਕਦੇ। ਤੁਸੀਂ ਜਿਵੇਂ ਇਹ ਸਕਰੀਨ ਉੱਤੇ ਦੇਖ ਰਹੇ ਹੋ, ਇਹ ਨੌਜਵਾਨ ਸਾਰੇ ਹੀ ਬਾਹਰੋਂ ਇੱਥੇ ਆਏ ਨੇ। ਕੋਈ ਕਿਸੇ ਵਜ੍ਹਾ ਨਾਲ ਆਇਆ ਸੀ, ਕੋਈ ਆਪਣੇ ਨਿੱਜੀ ਕੰਮ ਕਰਕੇ ਆਇਆ ਸੀ, ਤੇ ਇੱਥੇ ਆ ਕੇ ਫਸ ਗਏ ਨੇ। ਪਰ ਹੁਣ ਇਹਨਾਂ ਦੀ ਕੋਈ ਵੀ ਆਵਾਜ਼ ਨਹੀਂ ਸੁਣ ਰਿਹਾ, ਨਾ ਭਾਰਤ ਦੀ ਸਰਕਾਰ ਸੁਣਦੀ ਹੈ ਤੇ ਨਾ ਹੀ ਨਿਊਜ਼ੀਲੈਂਡ ਦੀ ਸਰਕਾਰ। ਆਪਾਂ ਇਹਨਾਂ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ ਕਿ ਹੁਣ ਇਹਨਾਂ ਕੋਲ ਰਾਹ ਕੀ ਵਾਪਸ ਹੈ। ਪਿੱਛੋਂ ਵੀ ਫੋਨ ਆਉਂਦੇ ਨੇ, ਜਿਹੜੇ ਦੇਸ਼ ਤੋਂ ਇਹ ਆਏ ਨੇ ਅੱਜ ਨੌਜਵਾਨ, ਪਿੱਛੋਂ ਇਹਨਾਂ ਨੂੰ ਫੋਨ ਆਉਂਦੇ ਨੇ ਵੀ ਸਾਨੂੰ ਰੈਂਟ ਜੋ ਹੈ ਉਹ ਸਮੇਂ ਸਿਰ ਪੇ ਕਰੋ, ਉਹ ਕਰ ਵੀ ਰਹੇ ਨੇ। ਹੁਣ ਸਵਾਲ ਹੈ ਕਿ ਅੱਗੇ ਕੀ ਕਰਨਗੇ? ਕੀ ਭਾਰਤ ਸਰਕਾਰ ਇਹਨਾਂ ਦਾ ਹੱਥ ਫੜੇਗੀ ਜਾਂ ਨਿਊਜ਼ੀਲੈਂਡ ਸਰਕਾਰ ਵਾਪਸ ਇਹਨਾਂ ਨੂੰ ਬੁਲਾਵੇਗੀ? ਹੁਣ ਇਹ ਸ਼ਸ਼ੋਪਨ ਦੇ ਵਿੱਚ ਨੇ। ਕਈ ਵਿਅਕਤੀ ਤਾਂ ਇਹੋ ਜਿਹੇ ਵੀ ਹੈਗੇ ਨੇ, ਇਹਨਾਂ ਵਿੱਚੋਂ ਨੌਜਵਾਨ ਜੋ ਡਿਪਰੈਸ਼ਨ ਵਿੱਚ ਚਲੇ ਗਏ ਨੇ, ਡਿਪਰੈਸ਼ਨ ਦੇ ਸ਼ਿਕਾਰ ਹੋ ਚੁੱਕੇ ਨੇ ਵੀ ਉਹ ਕਰਨ ਕੀ। ਲੱਖਾਂ ਰੁਪਏ ਲਗਾ ਕੇ ਬਾਹਰ ਗਏ ਸੀ, ਪਰ ਫਸ ਅੱਜ ਪੰਜਾਬ 'ਚ ਗਏ ਨੇ। ਆਪਾਂ ਇਹਨਾਂ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ। ਭਾਈ ਤੁਹਾਡਾ ਨਾਮ ਕੀ? ਜਗਦੀਪ ਸਿੰਘ। ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਨੂੰ? ਹੁਣ ਕੀ ਦੁਵਿਧਾ ਕੀ ਅੱਗੇ ਜਾ ਕੇ? ਕੀ ਸਰਕਾਰਾਂ ਕਹਿ ਰਹੀਆਂ ਨੇ? ਤੁਸੀਂ ਸਰਕਾਰ ਨੂੰ ਕੀ ਕਿਹਾ? ਉਹ ਕਿਹੜਾ ਸਮਾਨ ਤੁਹਾਡਾ ਬਾਹਰ ਪਿਆ? ਬਾਹਰ ਰੈਂਟ ਵਾਸਤੇ ਵੀ ਫੋਨ ਆਉਂਦੇ ਨੇ, ਕੀ ਗੱਲਬਾਤ ਹੁੰਦੀ ਹੈ ਬਾਹਰ ਵੀ? ਮੈਂ ਨਿਊਜ਼ੀਲੈਂਡ 2016 ਦੇ ਵਿੱਚ ਗਿਆ ਸੀ, ਤੇ ਉਸ ਤੋਂ ਬਾਅਦ ਮੈਂ ਲਾਸਟ ਈਅਰ ਲੋਕਡਾਊਨ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਮਿਲਣ ਆਇਆ ਸੀ ਫਰਵਰੀ 2020 'ਚ 1 ਮਹੀਨੇ ਲਈ। ਪਰ ਨਿਊਜ਼ੀਲੈਂਡ ਸਰਕਾਰ ਨੇ 19 ਮਾਰਚ 2020 ਨੂੰ ਬਿਨਾਂ ਕਿਸੇ ਨੋਟਿਸ ਦਿੱਤੇ ਆਪਣੇ ਦੇਸ਼ ਦਾ ਬਾਰਡਰ ਬੰਦ ਕਰ ਦਿੱਤਾ ਸਾਡੇ ਟੈਂਪਰੇਰੀ ਮਾਈਗ੍ਰੈਂਟਸ ਲਈ, ਕਿਉਂਕਿ ਅਸੀਂ ਉੱਥੋਂ ਦੇ ਪੱਕੇ ਵਸਨੀਕ ਨਹੀਂ ਗਾ। ਅਸੀਂ ਉੱਥੇ ਸਟੂਡੈਂਟ ਵੀਜ਼ੇ 'ਤੇ ਆ, ਵਰਕ ਪਰਮਿਟ ਵੀਜ਼ੇ 'ਤੇ ਆ, ਅਲੱਗ-ਅਲੱਗ ਵੀਜ਼ੇ 'ਤੇ, ਮਤਲਬ ਕਿ ਅਸੀਂ ਉੱਥੋਂ ਦੇ ਪੱਕੇ ਨਾਗਰਿਕ ਨਹੀਂ ਗੇ। ਸਾਡੇ ਲਈ ਨਿਊਜ਼ੀਲੈਂਡ ਦੀ ਸਰਕਾਰ ਨੇ ਬਾਰਡਰ ਬੰਦ ਕਰ ਦਿੱਤਾ ਤੇ ਅਸੀਂ 1.5 ਸਾਲ ਤੋਂ ਇੱਥੇ ਫਸੇ ਹੋਏ ਆ, ਇੱਥੇ ਹੀ ਰਹਿ ਰਹੇ ਆ। ਤੁਸੀਂ ਇਹੀ ਗੱਲ ਭਾਰਤ ਸਰਕਾਰ ਨੂੰ ਰੱਖੀ ਹੈ ਵੀ ਨਿਊਜ਼ੀਲੈਂਡ ਸਰਕਾਰ ਨਾਲ ਗੱਲਬਾਤ ਕਰਨ, ਸਾਨੂੰ ਬਾਹਰ
ਜਾਣ ਦਿੱਤਾ ਜਾਵੇ। ਹਾਂਜੀ, ਅਸੀਂ ਭਾਰਤ ਸਰਕਾਰ ਨਾਲ ਲਾਸਟ ਈਅਰ ਅਸੀਂ 17 ਨਵੰਬਰ ਨੂੰ 2020 ਚ ਜੰਤਰ ਮੰਤਰ ਵਿਖੇ ਪ੍ਰੋਟੈਸਟ ਕੀਤਾ ਸੀ। ਉੱਥੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੂੰ ਮੈਮੋਰੈਂਡਮ ਵੀ ਦਿੱਤਾ ਸੀ। ਇੱਥੋਂ ਦੇ ਭਗਵੰਤ ਮਾਨ MP ਨੇ, ਔਜਲਾ ਸਾਹਿਬ ਨੇ ਤੇ ਸੋਮ ਪ੍ਰਕਾਸ਼, ਵੱਖ-ਵੱਖ ਲੀਡਰਾਂ ਨੂੰ ਅਸੀਂ ਆਪਣੇ ਲੈਟਰ ਵਗੈਰਾ ਰਿਕੁਐਸਟਾਂ ਕਰ ਚੁੱਕੇ ਹਾਂ, ਪਰ ਸਾਡੀ ਕਿਸੇ ਨੇ ਬਾਂਹ ਨਹੀਂ ਫੜੀ, ਸਾਨੂੰ ਕੋਈ ਅਸ਼ੋਰੈਂਸ ਨਹੀਂ ਦਿੱਤਾ, ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਬਾਹਰ ਕੀ ਸਮਾਨ ਪਿਆ, ਜਿਵੇਂ ਹੁਣ ਤੁਸੀਂ ਪਹਿਲਾਂ ਗੱਲਬਾਤ ਜ਼ਿਕਰ ਵੀ ਕਰਦੇ ਸੀ, ਤੁਹਾਨੂੰ ਕਿਰਾਇਆ ਵੀ ਦੇਣਾ ਪੈ ਰਿਹਾ, ਬਾਹਰੋਂ ਕੀ ਸਮੱਸਿਆ ਆਉਂਦੀਆਂ ਨੇ? ਫੋਨ ਕਾਲ ਤੇ ਤੁਹਾਡੇ ਨਾਲ ਕੀ ਗੱਲ ਹੁੰਦੀ ਹੈ ਜਦੋਂ ਬਾਹਰੋਂ ਮਕਾਨ ਮਾਲਕ ਫੋਨ ਕਰਦੇ ਨੇ? ਤਾਂ ਦੇਖੋ ਜੀ, ਨਿਊਜ਼ੀਲੈਂਡ ਜਿਵੇਂ ਹੈ ਰੈਂਟ ਜਾਂਦਾ, ਉਹ ਪਰ ਵੀਕ ਜਾਂਦਾ, ਹਰ ਹਫਤੇ ਰੈਂਟ ਜਾਂਦਾ। ਬੁੱਧਵਾਰ ਨੂੰ, ਕਿਸੇ ਦਾ ਬੁੱਧਵਾਰ ਨੂੰ ਜਾਂਦਾ, ਕਿਸੇ ਦਾ ਵੀਰਵਾਰ ਨੂੰ ਜਾਂਦਾ। ਜਦ ਵੀ ਵੀਰਵਾਰ ਸਾਡੇ ਆਉਂਦਾ ਨੇੜੇ, ਸਾਡੇ ਜੀਵਨ ਨੂੰ ਬਿਲਕੁਲ ਮਨ ਨਹੀਂ ਕਰਦਾ, ਕਿਉਂਕਿ ਪੈਸਾ ਸਾਡੇ ਕੋਲ ਹੈ ਨਹੀਂ। ਆਪਣੇ ਕਿਤੋਂ ਕਦੀ ਕਿਸੇ ਤੋਂ $50 ਲੈ, ਕਦੇ $100 ਲਓ, ਕਿਸੇ ਤੋਂ ਅਸੀਂ ਭੇਜ ਰਹੇ ਹਾਂ ਕਿਸੇ ਨਾ ਕਿਸੇ ਤਰੀਕੇ ਨਾਲ। ਹੁਣ ਜਿੰਨਾ ਵੀ ਸਮਾਨ ਪਿਆ ਸੀਗਾ ਸਾਡਾ ਤਾਂ ਖਰਾਬ ਹੋ ਰਿਹਾ। ਗੱਡੀਆਂ ਸੜਕਾਂ 'ਤੇ ਖੜੀਆਂ ਨੇ, ਕਿਸ਼ਤਾਂ ਜਾ ਰਹੀਆਂ ਨੇ, ਇੰਸ਼ੋਰੈਂਸ ਦੀ ਕਿਸ਼ਤ ਜਾ ਰਹੀ ਹੈ। ਹਰ ਹਫਤੇ ਉੱਥੇ ਜੋ ਵੀ ਸਮਾਨ ਦਾ ਹੁੰਦਾ ਹੈ ਉਹ ਹਰ ਹਫਤੇ ਇੰਸਟਾਲਮੈਂਟਸ ਜਾਂਦੀਆਂ ਨੇ, ਮਹੀਨੇ ਦੀ ਨਹੀਂ ਜਾਂਦੇ। ਜਿਵੇਂ ਹਫਤਾ ਨਵਾਂ ਸ਼ੁਰੂ ਹੁੰਦਾ, ਟੈਨਸ਼ਨਾਂ ਇੰਨੀ ਹੋ ਜਾਂਦੀਆਂ ਨੇ ਕਿ ਕੀ ਕਰੀਏ, ਰਾਤ ਨੂੰ ਨੀਂਦ ਨਹੀਂ ਆਉਂਦੀ, ਸਟ੍ਰੈਸ ਲੈਵਲ ਇੰਨਾ ਹਾਈ ਹੋ ਰਿਹਾ ਕਿ ਪੁੱਛੋ ਨਾ ਤੁਸੀਂ। ਅਤੇ ਸਾਨੂੰ ਇਹੀ ਹੈ ਕਿ ਮੈਂ ਜਿਹੜੀ ਆਪਣੀ ਸਿੱਖ ਉੱਥੇ ਕਮਿਊਨਿਟੀ ਹੈ, ਮੈਂ ਉਹਨਾਂ ਨੂੰ ਪਲੀਜ਼ ਰਿਕੁਐਸਟ ਕਰ ਰਿਹਾ ਕਿ ਸਾਨੂੰ ਪਲੀਜ਼ ਬੁਲਾਇਆ ਜਾਏ, ਜੋ ਕਿ ਅਸੀਂ ਉੱਥੇ ਆਈਏ ਅਤੇ ਅਸੀਂ ਉਹਨਾਂ ਦੇ ਨਾਲ ਰਹੀਏ। ਪਲੀਜ਼ ਇੱਕ ਰਿਕੁਐਸਟ ਹੈ ਸਾਡੀ। ਜਿਵੇਂ ਹੁਣ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕਾਫੀ ਨੌਜਵਾਨ ਹੋ, ਕਿੰਨੇ ਕੁ ਪੰਜਾਬ ਦੇ ਵਿੱਚ ਨੌਜਵਾਨ ਹੈਗੇ ਨੇ ਜੋ ਬਾਹਰੋਂ ਇੱਥੇ ਆਇਆ ਸੀ, ਉਹ ਕੋਵਿਡ ਕਰਕੇ ਫਸ ਗਿਆ ਸੀ? ਦੇਖੋ ਜੀ, ਪੰਜਾਬ 'ਚ ਮੈਨੂੰ ਲੱਗਦਾ ਘੱਟੋ ਘੱਟ ਵੀ ਅਰਾਊਂਡ 500-600 ਬੰਦਾ ਹੋਊਗਾ। ਅਤੇ ਫੈਮਲੀਜ਼ ਵੀ ਨੇ ਜਿਨ੍ਹਾਂ ਦੀ, ਜਿਹੜੇ ਕਈਆਂ ਦੀ ਵਾਈਫ ਉੱਥੇ ਹੈ, ਕਈਆਂ ਦੇ ਹਸਬੈਂਡ ਇੱਥੇ ਨੇ, ਕਈ ਨਾ ਉੱਥੇ ਵਾਈਫ ਕੰਮ ਕਰ ਸਕਦੀ ਹੈ, ਕਿਉਂਕਿ ਉੱਥੇ ਬੱਚੇ ਕਿਵੇਂ ਰੱਖੀਏ, ਕਿਉਂਕਿ ਬੱਚੇ ਜੇ ਅਸੀਂ ਕਿਸੇ ਉੱਥੇ ਦੇਣੇ ਸਕੂਲ 'ਚ ਰੱਖਦੇ ਹਾਂ ਅਤੇ ਬਹੁਤ ਹਾਈ ਪਰ 1 ਘੰਟੇ ਦੇ ਹਿਸਾਬ ਨਾਲ ਪੈਸੇ ਦੇਣੇ ਪੈਂਦੇ ਨੇ, ਅਤੇ ਕੰਮ ਵੀ ਨਹੀਂ ਹੋ ਰਿਹਾ ਕਿਉਂਕਿ ਬੱਚਿਆਂ ਨੂੰ ਦੇਖਣ ਵਾਸਤੇ ਕੋਈ ਨਹੀਂ ਹੈ। ਹਸਬੈਂਡ ਇੱਧਰ ਨੇ, ਵਾਈਫ ਉੱਥੇ ਇਕੱਲੀ ਹੈ, ਉੱਥੋਂ ਵੀ ਰੈਂਟ ਜਾ ਰਿਹਾ। ਬਹੁਤ ਦੁੱਖ ਤਕਲੀਫ ਹੈ ਸਾਰਿਆਂ ਨਾਲ। ਹੁਣ ਜਿਵੇਂ ਜਿਵੇਂ ਵੀ ਤੁਸੀਂ ਕਰ ਰਹੇ ਸੀ ਕਿ ਡਿਪਰੈਸ਼ਨ ਹੋ ਰਹੇ ਨੇ, ਕਈ ਤਾਂ ਇਹ ਕਹਿੰਦੇ ਨੇ ਕਿ ਸੁਸਾਈਡ ਵਾਲੇ ਪਾਸੇ ਵੀ ਜਾਂਦੇ ਨੇ। ਹਾਂਜੀ, ਬਹੁਤ 4-5 ਕੁੜੀਆਂ ਨੇ ਅਤੇ 2-3 ਮੁੰਡੇ ਨੇ ਜਿਹੜੇ ਮੇਰੇ ਨੌਲੇਜ 'ਚ ਨੇ, ਜਿਹੜੇ ਸਾਡਾ ਗਰੁੱਪ ਬਣਿਆ ਹੋਇਆ ਹੈ। ਅਤੇ ਉਹ ਕਈ ਵਾਰ ਉਹਨਾਂ ਦੇ ਘਰਾਂ ਤੋਂ ਫੋਨ ਆ ਜਾਂਦਾ ਕਿ ਸਰ ਉਹ ਆਏ ਨਹੀਂ ਹੈ। ਕਦੀ ਅਸੀਂ ਫਿਰ ਉਹਨੂੰ ਲੱਭਣ ਜਾਂਦੇ ਹਾਂ, ਕਦੀ ਕੋਈ ਕਿਸੇ ਪਾਰਕ 'ਚ ਮਿਲਦਾ, ਸਾਰੀ ਰਾਤ ਸਾਨੂੰ 2-2 ਦਿਨ ਲੱਗ ਜਾਂਦੇ ਨੇ, 2-2 ਘੰਟੇ ਵੀ ਲੱਗ ਜਾਂਦੇ ਨੇ, ਮਿਲ ਜਾਂਦੇ ਨੇ। ਫਿਰ ਅਸੀਂ ਉਹਨਾਂ ਦੀ ਕਾਉਂਸਲਿੰਗ ਵੀ ਕਰਦੇ ਹਾਂ, ਸਮਝਾਉਂਦੇ ਵੀ ਹਾਂ ਕਿ ਪਲੀਜ਼ ਤੁਸੀਂ ਐਵੇਂ ਨਾ ਕਰੋ, ਕੋਈ ਨਾ ਕੋਈ ਅੱਗੇ ਹੱਲ ਨਿਕਲੇਗਾ। ਔਰ ਮੈਨੂੰ ਪੂਰੀ ਇੰਸ਼ੋਰੈਂਸ ਹੈ ਕਿ ਇਸ ਵਾਰ ਨਿਕਲੇਗਾ ਕੋਈ ਨਾ ਕੋਈ ਹੱਲ। ਤਾਂ ਦੇਖੋ ਹੁਣ ਕੀ ਕਰਦੀ ਹੈ ਸਰਕਾਰ ਅੱਗੇ ਦੀ। ਹਾਂਜੀ, ਜੇਸਿਕਾ ਹੁਣ ਭਾਈ ਸਾਹਿਬ ਕਹਿ ਰਹੇ ਨੇ ਕਿ ਕਾਉਂਸਲਿੰਗ ਵੀ ਤੁਸੀਂ ਕਰਨੀ ਹੈਗੀ ਹੋ। ਕਈ ਇਹੋ ਜਿਹੇ ਮੁੰਡੇ ਕੁੜੀਆਂ ਹੈਗੇ ਨੇ ਜੋ ਪਾਰਕਾਂ 'ਚ ਬੈਠੇ ਰਹਿੰਦੇ ਨੇ, ਡਿਪਰੈਸ਼ਨ ਵਿੱਚ ਆ ਗਏ ਨੇ। ਤਾਂ ਕੀ ਲੱਗਦਾ ਹੁਣ ਤੁਹਾਨੂੰ ਸਰਕਾਰ ਨੂੰ ਕਿਸ ਤਰੀਕੇ ਨਾਲ ਗੱਲ ਸੁਣਨੀ ਚਾਹੀਦੀ ਹੈ? ਉਹ ਤੁਹਾਡਾ ਕੀ ਨੁਕਸਾਨ ਹੋ ਰਿਹਾ, ਕਿੰਨੇ ਪੈਸੇ ਤੁਸੀਂ ਲਾ ਕੇ ਬਾਹਰ ਗਏ ਹੋ? ਜੀ, ਨੁਕਸਾਨ ਦੀ ਤਾਂ ਪੁੱਛੋ, ਕਿਉਂਕਿ ਨੁਕਸਾਨ ਜਿਹੜਾ ਹੋ ਰਿਹਾ ਉਹ ਬਹੁਤ ਵੱਡਾ ਨੁਕਸਾਨ ਹੋ ਰਿਹਾ, ਕਿਉਂਕਿ ਸਾਰੇ ਇੱਥੇ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਆ, ਕੋਈ ਹਾਇਰ ਕਲਾਸ ਫੈਮਿਲੀ ਤੋਂ ਨਹੀਂ ਬਿਲੋਂਗ ਕਰਦਾ। ਅਤੇ ਜਦੋਂ ਇੱਥੋਂ ਅਸੀਂ ਗਏ ਸੀ, ਕਮ ਸੇ ਕਮ 20 ਤੇ 25 ਲੱਖ ਦੇ ਰੁਪਈਆ ਲਾ ਕੇ ਗਏ ਸੀਗੇ, ਆਪਣੀ ਸਟੱਡੀ ਪੂਰੀ ਕੀਤੀ, ਉੱਥੇ ਟੈਕਸ ਵਗੈਰਾ ਪੇ ਕੀਤੇ, ਹਰੇਕ ਚੀਜ਼ ਦਾ ਟੈਕਸ ਪੇ ਕੀਤਾ। ਜਦੋਂ ਹੁਣ ਵਰਕ ਵੀਜ਼ੇ 'ਤੇ ਸੀਗੇ, ਹੁਣ ਸਗੋਂ ਆਪਣਾ ਪੈਸਾ ਕਮਾਉਣ ਦਾ ਸਮਾਂ ਆਇਆ ਸੀ, ਅਸੀਂ ਆਪਣੀ ਫੈਮਿਲੀ ਨੂੰ ਮਿਲ ਇੰਡੀਆ ਆਏ। ਮੇਰਾ ਖੁਦ ਦਾ ਵਿਆਹ ਸੀਗਾ, ਮੈਂ ਆਪਣਾ ਵਿਆਹ ਕਰਨ ਆਇਆ ਸੀ, ਮੁੜ ਕੇ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਮੈਂ ਇੱਥੇ ਫਸ ਗਿਆ। ਜਦੋਂ ਕਿ ਹੁਣ 1.5 ਸਾਲ ਹੋ ਗਿਆ, ਕਮਾਉਣ ਦਾ ਟਾਈਮ ਸੀਗਾ, ਕੁਛ ਮਾਂ ਪਿਓ ਨੂੰ ਉਮੀਦਾਂ ਸੀਗੀਆਂ ਕਿ ਸਾਡਾ ਪੁੱਤਰ ਉੱਥੇ ਕੁਛ ਕਰੂਗਾ, ਕਿ ਮਾਂ ਪਿਓ ਨੂੰ ਸਾਡਾ ਰੁਜ਼ਗਾਰ ਹੋਊਗਾ, ਸਾਨੂੰ ਖਵਾਊਗਾ। ਤੇ ਹੁਣ ਮੁੜ ਕੇ ਇੱਥੇ ਆ ਕੇ ਮੁੜ ਕੇ ਦੁਬਾਰਾ ਫਸ ਗਏ। ਅਸੀਂ ਪਹਿਲਾਂ ਵੀ ਕਿੰਨੀ ਵਾਰ ਮੀਟਿੰਗਾਂ ਕਰ ਚੁੱਕੇ ਹਾਂ ਕਿ ਸਾਨੂੰ ਬੁਲਾ ਲਓ। ਪਹਿਲਾਂ ਇਹਨਾਂ ਨੇ ਬਹਾਨਾ ਮਾਰਿਆ ਕਿ ਇਹ ਵੈਕਸੀਨੇਟਡ ਨਹੀਂ ਹੈਗੇ, ਸਭ ਨੇ ਤਕਰੀਬਨ ਟੀਕੇ ਵੀ ਲਗਵਾ ਲਏ ਨੇ, ਵੈਕਸੀਨੇਟਡ ਵੀ ਹੋ ਗਏ ਨੇ, ਫਿਰ ਵੀ ਇਹ ਕੋਈ ਨਾ ਕੋਈ ਬਹਾਨਾ ਮਾਰੀ ਇਸ਼ੂ ਕਰੀ ਜਾ ਰਹੇ ਨੇ, ਕ੍ਰੀਏਟ ਕਰੀ ਜਾ ਰਹੇ ਨੇ। ਕਿਸ ਪਾਸੋਂ ਦਿੱਕਤ ਆ ਰਹੀ ਹੈ, ਭਾਰਤ ਸਰਕਾਰ ਕਿ ਨਿਊਜ਼ੀਲੈਂਡ ਵਾਲੇ ਪਾਸੋਂ? ਭਾਰਤ ਸਰਕਾਰ ਵੱਲੋਂ ਤਾਂ ਇਹੋ ਤਾਂ ਕੋਈ ਗੱਲਬਾਤ ਨਹੀਂ ਹੋਈ। ਦਿੱਕਤ ਨਿਊਜ਼ੀਲੈਂਡ ਸਰਕਾਰ ਵੱਲੋਂ, ਕਿਉਂਕਿ ਉਹਨਾਂ ਨੇ ਹਜੇ ਤੱਕ ਕੋਈ ਅਲਟੀਮੇਟ ਟਾਈਮ ਨਹੀਂ ਦਿੱਤਾ ਕਿ ਕਦੋਂ ਇਹਨਾਂ ਨੂੰ ਬੁਲਾਉਣਾ ਹੈ। ਕਿ ਜਦੋਂ ਸਾਨੂੰ ਜਾਂ ਟਾਈਮ ਦੇ ਦੇਣ, ਸਾਡੇ ਵੀਜ਼ੇ ਫਰੀਜ਼ ਕਰ ਦੇਣ, ਅਸੀਂ ਟੈਨਸ਼ਨ ਫਰੀ ਹੋ ਕੇ ਬਹਿ ਜਾਈਏ। ਬਟ ਸਾਨੂੰ ਕੋਈ ਉਹਨਾਂ ਤੋਂ ਉਮੀਦ ਨਹੀਂ ਹੈਗੀ ਸਾਨੂੰ ਕਿ ਕਦੋਂ ਬੁਲਾਉਣ, ਕਦੋਂ ਨਹੀਂ ਬੁਲਾਉਣ। ਅਤੇ ਸਾਨੂੰ ਆਹੀ ਦਿੱਕਤ ਹੈ ਕਿ ਹਾਂ ਜੀ, ਅਤੇ ਮੁੜ ਕੇ ਨਾ ਅਸੀਂ ਕਿਸੇ ਹੋਰ ਕੰਟਰੀ ਦਾ ਵੀ ਨਾ ਕਰ ਸਕੇ, ਕਿਉਂਕਿ ਮੁੜ ਕੇ ਅਸੀਂ ਇੰਨਾ ਪੈਸਾ ਦੁਬਾਰਾ ਤੋਂ ਕਿੱਥੋਂ ਲਾਵਾਂਗੇ। ਹੁਣ ਜਿਵੇਂ ਤੁਹਾਡੇ ਸਾਥੀ ਨਾਲ ਦੇ ਵੀ ਗੱਲ ਕਰ ਰਹੇ ਸੀ ਤੁਸੀਂ, ਹੁਣ ਜਦੋਂ ਖੜੇ ਸੀ ਵੀ ਤੁਹਾਡੇ ਕੋਈ 2-3 ਸਾਥੀ ਸੀ ਜੋ ਆਤਮ ਹੱਤਿਆ ਕਰਨ ਵਾਲੇ ਪਾਸੇ ਚਲੇ ਗਏ, ਵੀ ਹੁਣ ਅਸੀਂ ਆਤਮ ਹੱਤਿਆ ਕਰ ਲਾਂਗੇ, 50-50 ਲੱਖ ਲਾ ਕੇ ਗਏ ਹੋ। ਤਾਂ ਕਿਸੇ ਕਰਨ ਲਈ ਚੀਜ਼ ਨੂੰ ਤੁਸੀਂ ਗੁਹਾਰ ਲਵਾਉਣਾ ਚਾਹੁੰਦੇ ਹੋ ਵੀ ਕੋਈ ਡਿਪਰੈਸ਼ਨ ਜਾਂ ਕਿਸੇ ਨੇ ਗਲਤ ਕਦਮ ਪੁੱਟ ਲਿਆ, ਫਿਰ ਜ਼ਿੰਮੇਵਾਰ ਕੌਣ ਹੋਊਗਾ? ਉਹਦੇ ਲਈ ਜ਼ਿੰਮੇਵਾਰ ਤਾਂ ਸਿਰਫ ਤੋਂ ਸਿਰਫ ਨਿਊਜ਼ੀਲੈਂਡ ਸਰਕਾਰ ਹੀ ਹੋਊਗੀ, ਕਿਉਂਕਿ ਜੇ ਅਸੀਂ ਉਹਨਾਂ ਨੂੰ ਇੰਨੀਆਂ ਫੀਸਾਂ ਦਿੱਤੀਆਂ ਨੇ ਅਤੇ ਉੱਥੇ ਪੜ੍ਹੇ ਆ, ਸਭ ਕੁਛ ਟੈਕਸ ਪੇ ਕੀਤਾ, ਗੱਡੀਆਂ ਦੇ ਪੈਸੇ ਪੇ ਕੀਤੇ ਨੇ, ਘਰਾਂ ਦੇ ਰੈਂਟ ਪੇ ਕੀਤੇ ਨੇ। ਹੁਣ ਜਦੋਂ ਕੁਛ ਲੈਣ ਦਾ ਸਮਾਂ ਆਇਆ ਸੀ, ਅਤੇ ਹੁਣ ਸਾਨੂੰ ਸਿਰਫ ਤੋਂ ਸਿਰਫ 1.5 ਸਾਲ ਤੋਂ ਉੱਤੇ ਹੋ ਗਿਆ ਇੱਥੇ ਬੈਠਿਆਂ ਨੂੰ।
ਤੇ ਹੁਣ ਨਿਊਜ਼ੀਲੈਂਡ ਸਰਕਾਰ ਹੀ ਜ਼ਿੰਮੇਵਾਰ ਹੋਏਗੀ। ਅਜੇ ਕੁਝ ਕੁ ਦਿਨ ਪਹਿਲਾਂ ਇੱਕ ਉੱਥੇ ਸਟੂਡੈਂਟ ਸੀ, ਉਹਨੇ ਵੀ ਸੁਸਾਈਡ ਕਰ ਲਿੱਤਾ ਹੈਗਾ ਕਿਸੇ ਕੰਮਾਂ ਕਰਕੇ, ਕਿਉਂਕਿ ਉਹ ਵੀ ਡਿਪਰੈਸ਼ਨ 'ਚ ਆ ਕੇ, ਖੁਦ ਉਹ ਨਿਊਜ਼ੀਲੈਂਡ ਹੀ ਡਿਪਰੈਸ਼ਨ 'ਚ ਆ ਕੇ ਉਸ ਸਟੂਡੈਂਟ ਨੇ ਆਤਮ ਹੱਤਿਆ ਕਰ ਲਈ ਆ। ਕਿਹੜੀ ਮੰਗਾਂ ਨੇ ਹੁਣ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਤਾਂ ਬਾਹਰ ਜਾਣ ਦਿੱਤਾ ਜਾਵੇ ਤੁਹਾਨੂੰ, ਖੁਦ ਕਿਹੜੀ ਮੰਗਾਂ ਨੇ? ਰੈਂਟ ਵੀ ਦੇਣਾ ਪੈ ਰਿਹਾ, ਸਕੂਲਾਂ ਦੀ ਫੀਸ ਵੀ ਹੈ, ਜਾਂ ਜਿਨ੍ਹਾਂ ਨੂੰ ਵਰਕ ਪਰਮਿਟ ਮਿਲੇ ਚਲੋ ਉਹਨਾਂ ਨੇ ਤਾਂ ਕੰਮ ਕਰਨਾ, ਪਰ ਰੈਂਟ ਤਾਂ ਫਿਰ ਵੀ ਪੈ ਰਿਹਾ, ਕਿਸ਼ਤਾਂ ਵੀ ਜ਼ਿਆਦੀਆਂ ਤੁਹਾਡੀ ਗੱਡੀ ਦੀਆਂ। ਜੀ ਸਾਡੀਆਂ ਮੰਗਾਂ ਇਹ ਨੇ ਜੀ, ਜਦੋਂ ਦੇ ਅਸੀਂ ਆਏ ਆ ਸਾਡੇ ਵੀਜ਼ੇ ਫਰੀਜ਼ ਹੋ ਜਾਣ, ਜਿਨ੍ਹਾਂ ਦੇ ਵੀਜ਼ੇ ਮੁੱਕ ਚੁੱਕੇ ਨੇ ਉਹਨਾਂ ਨੂੰ ਵੀਜ਼ੇ ਦੁਬਾਰਾ ਤੋਂ ਦਿੱਤੇ ਜਾਣ, ਤੇ ਸਾਨੂੰ ਅਲਟੀਮੇਟ ਇੱਕ ਟਾਈਮ ਦੱਸਿਆ ਜਾਵੇ ਕਿ ਹਫਤੇ 10 ਦਿਨਾਂ ਬਾਅਦ ਤੁਹਾਨੂੰ ਬੁਲਾਉਣਾ ਹੈ। ਇਹ ਨਹੀਂ ਹੈਗਾ ਕਿ ਮੁੜ ਕੇ ਸਾਡੇ ਵੀਜ਼ੇ ਫਰੀਜ਼ ਕਰ ਦੇਣ, ਮੁੜ ਕੇ ਸਾਨੂੰ ਕਹਿ ਦੇਣ ਹਾਂਜੀ ਤੁਹਾਨੂੰ ਬੁਲਾਉਂਦੇ ਮੁੜ ਕੇ ਫੇਰ ਵੀਜ਼ੇ ਸਾਡੇ ਮੁੱਕ ਜਾਣ। ਇਹ ਦੁਬਾਰਾ ਤੋਂ ਵੀਜ਼ੇ ਫਰੀਜ਼ ਤਾਂ ਨਹੀਂ ਕਰਨ ਲੱਗੇ ਇਹ। ਤੁਹਾਡਾ ਵੀ ਨਾਮ ਕੀ ਹੈ? ਮੇਰਾ ਨਾਮ ਚੇਤਨ ਸ਼ਰਮਾ ਜੀ। ਤੁਸੀਂ ਕਿਹੜੀ ਕੰਟਰੀ ਚੋਂ? ਮੈਂ ਨਿਊਜ਼ੀਲੈਂਡ ਤੋਂ ਹੀ ਅਜੇ ਮੈਂ ਫਸਟ ਟਾਈਮ ਜਾਣਾ ਸੀਗਾ ਜੀ। ਮੇਰੇ ਪਾਰਟਨਰ ਉੱਧਰ ਹੀ ਹੈ ਜੀ, ਠੀਕ ਹੈ। ਮੇਰੀ 7 ਮਾਰਚ ਨੂੰ ਜੀ ਵੀਜ਼ਾ ਆਇਆ ਸੀਗਾ ਜੀ, ਤੇ 23 ਮਾਰਚ ਦੀ ਮੇਰੀ ਫਲਾਈਟ ਸੀਗੀ ਜੀ, ਠੀਕ ਹੈ। ਫਸਟ ਟਾਈਮ ਜਾਣਾ ਸੀਗਾ ਜੀ। ਕੋਵਿਡ ਕਰਕੇ ਆਪਣਾ 19 ਤਰੀਕ ਨੂੰ ਬਾਰਡਰ ਬੰਦ ਕਰਤਾ ਜੀ ਇਹਨਾਂ ਨੇ। ਅਸੀਂ ਐਗਜ਼ੈਂਪਸ਼ਨਾਂ ਵੀ ਪਾਈਆਂ ਕਿ ਚਲੋ ਸਾਡੇ ਲਈ ਕੁਝ ਕੀਤਾ ਜਾਵੇ। ਮੇਰੇ ਪਾਰਟਨਰ ਉੱਧਰ ਹੈ, ਫਸਟ ਟਾਈਮ ਜਾਣਾ ਸੀਗਾ, ਪਰ ਇਹਨਾਂ ਨੇ ਐਗਜ਼ੈਂਪਸ਼ਨ ਅਪਰੂਵ ਨਹੀਂ ਕੀਤੀ। 5-6 ਵਾਰ ਪਾਈ ਮੈਂ, $45 ਲੱਗੇ ਉਹਦੇ, ਠੀਕ ਹੈ। 2500-2600 ਰੁਪਏ ਇੰਡੀਆ ਦੇ ਹਿਸਾਬ ਨਾਲ ਲੱਗਿਆ ਜੀ, ਠੀਕ ਹੈ ਜੀ। ਉਹ ਵੀ ਚਲੋ ਪੇ ਕੀਤੇ, ਮੈਂ ਕਿਹਾ ਚਲੋ ਕੁਝ ਅਪਰੂਵ ਹੋ ਜਾਏਗੇ। ਤੇ 9 ਨਵੰਬਰ ਨੂੰ ਮੇਰਾ ਵੀਜ਼ਾ ਐਕਸਪਾਇਰ ਹੋ ਚੁੱਕਿਆ ਹੈ ਜੀ ਹੁਣ ਜੀ, ਇੰਡੀਆ ਆਪਣਾ ਇੱਧਰ ਜੀ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਜੀ ਹੁਣ ਨਾ ਤਾਂ ਇਹ ਵੀਜ਼ੇ ਆਪਣੇ ਇਹ ਕਰਦੇ ਪਏ ਜੀ ਕਿ ਚਲੋ ਵੀਜ਼ੇ ਆਪਣਾ ਕੀ ਕਹਿੰਦੇ ਵਧਾ ਦੇਣ ਜੀ, ਨਾ ਵੀਜ਼ੇ ਵਧਾ ਰਹੇ ਆ, ਤੇ ਨਾ ਆਪਣਾ ਕੁਝ ਸੁਣਵਾਈ ਨਹੀਂ ਹੋ ਰਹੀ ਜੀ ਕਿਤੇ ਵੀ ਜੀ। ਆਪਣਾ ਨਾ ਨਿਊਜ਼ੀਲੈਂਡ ਸਰਕਾਰ ਸੁਣਵਾਈ ਕਰ ਰਹੀ ਹੈ, ਨਾ ਇੱਧਰ ਸੁਣਵਾਈ ਹੋ ਰਹੀ ਹੈ ਜੀ। ਹੁਣ ਕੀ ਕਰਨ ਜਾ ਰਹੇ ਹੋ ਜੇ ਸੁਣਵਾਈ ਨਹੀਂ ਕਰੇਗੀ? ਦਿੱਲੀ ਵਿੱਚ ਵੀ ਪ੍ਰੋਟੈਸਟ ਕਰੋਗੇ? ਨਹੀਂ, ਦਿੱਲੀ 'ਚ ਜੀ ਅਸੀਂ ਹੰਗਰ ਸਟ੍ਰਾਈਕ ਤੇ ਬੈਠੂਗੇ ਜੀ ਦਿੱਲੀ 'ਚ, ਕਿਉਂਕਿ ਅਸੀਂ ਇੱਧਰ ਪਹਿਲਾਂ ਬਹੁਤ ਕਰ ਚੁੱਕੇ ਆ। ਆਪਣਾ ਕੀ ਕਹਿੰਦੇ ਪਹਿਲਾਂ ਵੀ ਜੰਤਰ ਮੰਤਰ ਪ੍ਰੋਟੈਸਟ ਕੀਤਾ ਜੀ ਅਸੀਂ, ਠੀਕ ਹੈ ਜੀ। ਉਸ ਟਾਈਮ ਆਪਣਾ ਕੁਝ ਗਵਰਨਮੈਂਟ ਨੇ ਕੁਝ ਨਹੀਂ ਕਿਹਾ ਜੀ ਉਹਨਾਂ ਨੇ, ਠੀਕ ਹੈ ਜੀ। ਹੁਣ ਅਸੀਂ ਇੱਕ ਹੀ ਲਾਸਟ ਇਹੀ ਹੈ ਜੀ, ਅਸੀਂ ਹੰਗਰ ਸਟ੍ਰਾਈਕ ਤੇ ਬੈਠੂਗੇ ਜੀ ਉੱਥੇ ਜੀ, ਦਿੱਲੀ ਜਾ ਕੇ ਜੀ ਹੰਗਰ ਸਟ੍ਰਾਈਕ ਤੇ ਬੈਠੂਗੇ ਜੀ। ਤੁਹਾਡਾ ਨਾਮ ਕੀ ਬਤੇ? ਜੀ ਮੇਰਾ ਨਾਮ ਸੁਖਚੈਨਪ੍ਰੀਤ ਆ ਜੀ। ਤੁਸੀਂ ਵੀ ਨਿਊਜ਼ੀਲੈਂਡ? ਹਾਂਜੀ ਮੈਂ ਵੀ ਨਿਊਜ਼ੀਲੈਂਡ ਆਕਲੈਂਡ ਰਹਿੰਦਾ ਸੀ। ਹਾਂਜੀ ਹੁਣ ਜਿਸ ਕਿ ਤੁਹਾਡੇ ਸਾਥੀ ਗੱਲ ਇਹ ਕਰ ਰਹੇ ਨੇ, ਡਿਪਰੈਸ਼ਨ ਵਾਲੇ ਪਾਸੇ, ਪੈਸੇ ਨਹੀਂ ਹੈਗੇ, ਰੈਂਟ ਪੈ ਰਹੇ ਨੇ, ਜਾਣ ਦੀ ਪਰਮਿਸ਼ਨ ਮੰਗਦੇ ਨੇ, ਕਈਆਂ ਦੇ ਵਿਆਹ ਹੋਏ ਨੇ, ਵਿਆਹ ਤੋਂ ਬਾਅਦ ਜਾ ਨਹੀਂ ਪਾਏ। ਹੁਣ ਕੀ ਮੰਗਾਂ ਰੱਖਦੇ ਅੱਗੇ ਜਾ ਕੇ? ਜੇ ਮੰਗਾਂ ਨਹੀਂ ਪੂਰੀਆਂ ਹੁੰਦੀਆਂ, ਹੁਣ ਸਾਥੀ ਕਹਿ ਵੀ ਦੇ ਨੇ ਕਿ ਅਸੀਂ ਤੁਹਾਨੂੰ ਪ੍ਰੋਟੈਸਟ ਕਰਾਂਗੇ, ਹੰਗਰ ਸਟ੍ਰਾਈਕ ਤੇ ਬੈਠਾਂਗੇ ਦਿੱਲੀ। ਉਹੀ ਨਾ ਵੀ ਜੇ ਨਹੀਂ ਸੁਣਦੀ ਕੁਝ ਸਮਾਂ ਪਾ ਕੇ 1-2 ਹਫ਼ਤਿਆਂ ਤੱਕ ਅਸੀਂ ਮਤਲਬ ਕਿ ਦਿੱਲੀ ਹੰਗਰ ਸਟ੍ਰਾਈਕ ਤੇ ਬੈਠਾਂਗੇ। ਅਗਰ ਉੱਥੇ ਕੋਈ ਮਿਸ ਹੈਪਨਿੰਗ ਹੁੰਦੀ ਆ ਤਾਂ ਉਹਦੇ ਲਈ ਸਾਫ਼ ਨਿਊਜ਼ੀਲੈਂਡ ਗੌਰਮੈਂਟ ਰਿਸਪੌਂਸਿਬਲ ਹੋਊਗੀ। ਤੇ ਅਸੀਂ ਤੁਹਾਡੇ ਰਾਹੀਂ ਆਪਣੇ ਪੰਜਾਬੀ ਕਮਿਊਨਿਟੀ ਨੂੰ ਜੋ ਕਿ ਨਿਊਜ਼ੀਲੈਂਡ ਹੈ ਉਹਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਚਲੋ ਬਹੁਤ ਹੋ ਗਿਆ, ਉਹਨਾਂ ਨੇ ਕੀਤੀ ਗੱਲ, ਪਰ ਹੁਣ ਕੁਝ ਵੱਖਰਾ ਕਰਕੇ ਦਿਖਾਉਣ ਦਾ ਟਾਈਮ ਆ ਗਿਆ ਹੈ। ਕਿਉਂਕਿ 15 ਮਹੀਨੇ ਹੋ ਗਏ ਨੇ, ਲਗਭਗ 90% ਲੋਕਾਂ ਦਾ ਵੀਜ਼ਾ ਮੁੱਕ ਗਿਆ ਹੈ ਤੇ ਅੱਗੇ ਕੋਈ ਹੋਪ ਨਹੀਂ ਦਿਸ ਰਹੀ। ਉੱਥੇ ਨਿਊਜ਼ੀਲੈਂਡ ਇੰਡੀਆ ਦੀ ਕ੍ਰਿਕਟ ਟੀਮ ਵੀ ਜਾ ਸਕਦੀ ਆ, ਇੰਡੀਆ ਸਪੋਰਟਸਮੈਨ ਜਾ ਸਕਦਾ ਵਾ, ਕਿਉਂਕਿ ਉਹਨਾਂ ਨੂੰ ਇਕਨੋਮੀ ਨੂੰ ਫਾਇਦਾ ਹੁੰਦਾ ਵਾ। ਅਸੀਂ ਜਿਹੜੀ ਪੇ ਕੀਤੀ ਆ ਵੀ ਸਾਡਾ ਕੋਈ ਮਤਲਬ ਕਿ ਮੁੱਲ ਹੀ ਨਹੀਂ ਆ। ਅਸੀਂ ਵੀ ਲੀਗਲ ਰਾਈਟਸ ਆ, ਸਾਡੇ ਵੀਜ਼ੇ ਤੇ ਲਿਖਿਆ ਹੋਇਆ ਵਾ ਵੀ ਤੁਸੀਂ ਮਲਟੀਪਲ ਐਂਟਰੀ ਕਰ ਸਕਦੇ ਸੀ, ਫਿਰ ਸਾਨੂੰ ਕਿਉਂ ਨਹੀਂ ਬੁਲਾ ਰਹੇ? ਇਸੇ ਪਿੱਛੇ ਤੁਹਾਨੂੰ ਦੋਸ਼ ਹੈ। ਹਾਂਜੀ ਹੁਣ ਜਿਵੇਂ ਤੁਸੀਂ ਤਾਂ ਸਾਰੇ ਨੇ ਇਕੱਠੇ ਹੋਏ ਹੋ, ਲਗਭਗ ਕਹਿੰਦੇ ਨੇ ਕਿ 500-600 ਬੰਦਾ ਹੋਊਗਾ, ਫੈਮਿਲੀ ਵੀ ਹੋ ਰਹੀਆਂ ਨੇ ਜੋ ਇੱਥੇ ਆ ਕੇ ਫਸ ਗਈਆਂ ਨੇ। ਭਾਰਤ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਕੀ ਗੱਲਬਾਤ ਕਰਨ, ਕੋਈ ਚਿੱਠੀ ਪੱਤਰ ਲਿਖਿਆ ਹੋਵੇ, ਕੋਈ ਤੁਸੀਂ ਕਿਹਾ ਹੋਵੇ ਭਾਰਤ ਸਰਕਾਰ ਨੂੰ ਵੀ ਸਾਡੀ ਸੁਣਵਾਈ ਹੋਵੇ, ਨਿਊਜ਼ੀਲੈਂਡ ਸਰਕਾਰ ਨਾਲ ਗੱਲ ਕਰੋ, ਕਿਹੋ ਜੀ ਤੁਹਾਨੂੰ ਵੈਕਸੀਨ ਲੱਗਣੀ ਚਾਹੀਦੀ ਹੈ, ਕਿਹੋ ਜੀ ਨਹੀਂ, ਕੀ ਉਹ ਰਿਕੁਆਇਰਮੈਂਟ ਪੂਰੀ ਕਰਨ ਨੂੰ ਤਿਆਰ ਨੇ? ਜੀ ਅਸੀਂ ਸਾਰਿਆਂ ਨੇ ਕੋਵਿਡਸ਼ੀਲਡ ਵੈਕਸੀਨ ਲਵਾ ਚੁੱਕੀ ਆ, ਜੋ ਕਿ WHO ਦੀ ਅਪਰੂਵ ਆ। ਉਹ ਸਾਰੀ ਮਤਲਬ ਕਿ ਕੈਨੇਡਾ, ਆਸਟ੍ਰੇਲੀਆ ਸਾਰੇ ਕਹਿ ਰਿਹਾ ਵੀ ਉਹ ਲਗਵਾ ਕੇ ਤੁਸੀਂ ਟਰੈਵਲ ਕਰ ਸਕਦੇ ਹੋ। ਤੇ ਸਾਡੀ ਮਤਲਬ ਕਿ ਇਹੋ ਮੰਗ ਆ ਭਾਰਤ ਗੌਰਮੈਂਟ ਤੋਂ ਵੀ ਸਾਨੂੰ ਮਤਲਬ ਕਿ ਉੱਥੇ ਗੱਲ ਕੀਤੀ ਜਾਵੇ, ਫੋਰਨ ਅਫੇਅਰ ਮਿਨਿਸਟਰ ਉੱਥੇ ਗੱਲ ਕਰੇ ਸਾਡੀ, ਤੇ ਸਾਨੂੰ ਐਗਜ਼ੈਂਪਸ਼ਨ ਦਵਾ ਕੇ ਉੱਥੇ ਐਂਟਰੀ ਦਿੱਤੀ ਜਾਵੇ। ਈਵਨ ਕਿ ਅਸੀਂ ਉੱਥੇ ਜਿਹੜੇ ਨਿਊਜ਼ੀਲੈਂਡ 'ਚ ਇੰਡੀਅਨ ਮਿਨਿਸਟਰਸ ਨੇ, ਐਥਨਿਕ ਮਿਨਿਸਟਰ ਪ੍ਰਿਯੰਕਾ ਰਾਧਾ ਕ੍ਰਿਸ਼ਨਾ, ਮਤਲਬ ਕਿ ਹੁਣ ਤਾਂ ਕੀ ਕਹੀਏ, ਸਾਨੂੰ ਤੇ ਉਹਨੂੰ ਗਾਲਾਂ ਕੱਢਣ ਨੂੰ ਹੀ ਜੀ ਕਰਦਾ। ਉਹ ਮਤਲਬ ਕਿ ਅਸੀਂ ਉਹਦੇ ਪੋਸਟ ਦੇ ਥੱਲੇ ਕਮੈਂਟ ਕਰੀਏ ਤਾਂ ਕਮੈਂਟ ਡਿਲੀਟ ਕਰ ਦਿੰਦੀ ਆ ਵੀ ਸਾਡੇ ਲਈ ਕੁਝ ਕੀਤਾ ਜਾਵੇ। ਵੀ ਸਾਨੂੰ ਉੱਥੋਂ ਦੀ ਇੰਡੀਅਨ ਜਿਹੜੀ ਕਮਿਊਨਿਟੀ ਦੇ ਮਤਲਬ ਕਿ ਆਪਣੇ ਮਿਨਿਸਟਰ ਉਹਨਾਂ ਤੋਂ ਕੋਈ ਆਸ ਨਹੀਂ ਰਹਿ ਗਈ। ਮਤਲਬ ਕਿ ਉਹ ਇੰਨੇ ਰੇਸਿਸਟ ਹੋ ਗਏ ਨੇ ਵੀ ਆਪਣੇ ਆਪ ਨੂੰ ਕੀ ਵੀ ਸਮਝਣ ਡੈ ਪਏ ਨੇ, ਪਰ ਉਹਨਾਂ ਨੂੰ ਨਹੀਂ ਪਤਾ ਵੀ ਉਹ ਵੀ ਇੰਡੀਆ ਤੋਂ ਗਏ ਨੇ। ਮੇਰਾ ਇੱਕ ਆਖਰੀ ਸਵਾਲ ਹੈ, ਜੇ ਹੰਗਰ ਸਟ੍ਰਾਈਕ ਤੁਸੀਂ ਕਰਨ ਜਾ ਰਹੇ ਹੋ ਦਿੱਲੀ ਦੇ ਵਿੱਚ, ਹੁਣ ਬੈਠੋਗੇ ਜਾ ਕੇ ਭੁੱਖ ਹੜਤਾਲ ਉੱਤੇ, ਕਿਵੇਂ ਫਿਰ ਮਨਾਓਗੇ ਉਹਦੀਆਂ ਮੰਗਾਂ? ਕਿਉਂਕਿ ਹੁਣ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਹੋ ਕਿ ਭਾਰਤ ਸਰਕਾਰ ਨੂੰ ਵੀ ਅਸੀਂ ਕਿਹਾ ਹੋਇਆ, ਨਿਊਜ਼ੀਲੈਂਡ ਦੀ ਸਰਕਾਰ ਗੱਲ ਨਹੀਂ ਸੁਣਦੀ, ਬਾਰਡਰ ਹੁਣ ਤੱਕ ਸੀਲ ਪਏ ਨੇ, ਕਿਰਾਇਆ ਤੁਹਾਨੂੰ ਪੈ ਰਿਹਾ, ਸਟੂਡੈਂਟ ਜਾ ਨਹੀਂ ਸਕਦੇ, ਪੈਸੇ ਤੁਸੀਂ ਪੇ ਕੀਤੇ ਨੇ, ਲੱਖਾਂ ਰੁਪਏ ਪੇ ਕੀਤੇ ਹੋਏ ਨੇ, ਇੱਥੇ ਆਮਦਨ ਕੋਈ ਹੈ ਨਹੀਂ, ਇੱਥੇ ਕੰਮ ਤੁਸੀਂ ਕਰਨ ਜੋਗੇ ਹੈ ਨਹੀਂ, ਕਿਉਂਕਿ ਕੰਮ ਕੋਈ ਹੈ ਹੀ ਨਹੀਂ ਇੱਥੇ, ਕੋਵਿਡ ਦਾ ਸਮਾਂ ਚੱਲਦਾ ਪਿਆ, ਫਿਰ ਕਿਸ ਤਰ੍ਹਾਂ ਹੁਣ ਤਾਲਮੇਲ ਹੋ ਪਾਊਗਾ? ਅਸੀਂ ਵੀ ਜਿੱਦਾਂ ਤੁਸੀਂ ਐਗਜ਼ਾਮਪਲ ਲੈ ਲਓ ਵੀ ਕਿਸਾਨ ਵੀ ਬੈਠੇ ਨੇ,
ਮਤਲਬ ਕਿ ਕਿੰਨਾ ਚਿਰ ਹੋ ਗਿਆ ਨਹੀਂ ਉੱਠੇ। ਅਸੀਂ ਵੀ ਇੱਕ ਵਾਰੀ ਹੰਗਰ ਸਟ੍ਰਾਈਕ ਤੇ ਬੈਠ ਗਏ, ਚਾਹੇ ਕੁਝ ਵੀ ਹੋ ਜਾਏ, ਠੀਕ ਹੈ ਨਾ, ਹੋ ਬੜਾ ਕੁਝ ਸਕਦਾ ਵਾ ਕਿਉਂਕਿ ਜੰਗ ਏਜ ਆ, ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਐਰਕੀ ਅਸੀਂ ਉਹਨਾਂ ਕੋਲ ਜਵਾਬ ਲੈ ਕੇ ਹੀ ਪਿੱਛੇ ਹਟਾਂਗੇ। ਤੁਸੀਂ ਸਾਰੀ ਗੱਲਬਾਤ ਸੁਣੀ ਹੈ, ਜਿਵੇਂ ਕਿ ਇਹ ਸਾਥੀ ਨੌਜਵਾਨ ਜੋ ਨੇ ਨਿਊਜ਼ੀਲੈਂਡ ਤੋਂ ਇੱਥੇ ਆਏ ਸੀ ਪਿਛਲੇ ਸਾਲ ਮਾਰਚ ਵਿੱਚ ਆਇਆ, ਕੋਈ ਜਨਵਰੀ 'ਚ ਆਇਆ, ਉਸ ਤੋਂ ਬਾਅਦ ਜਾ ਨਹੀਂ ਪਾਏ। ਕਾਰਨ ਇੱਕੋ ਸੀ ਕਿ ਕੋਵਿਡ ਕਾਰਨ। ਹੁਣ ਲਗਭਗ ਇਹਨਾਂ ਨੂੰ 15-16 ਮਹੀਨੇ ਹੋ ਗਏ ਨੇ ਇੱਥੇ ਹੀ ਮੌਜੂਦ ਹੈਗੇ ਨੇ, ਤੇ ਸਰਕਾਰ ਨਾਲ ਵੀ ਗੱਲਬਾਤ ਕੀਤੀ ਇੱਕ ਵਾਰੀ ਇਹਨਾਂ ਨੇ। ਪਿਛਲੇ ਸਾਲ ਮੀਟਿੰਗ ਹੋਈ ਸੀ ਪਰ ਕੋਈ ਸਿੱਟਾ ਨਹੀਂ ਨਿਕਲ ਪਾਇਆ। ਨਿਊਜ਼ੀਲੈਂਡ ਇਸ ਕਰਕੇ ਜਾਣਾ ਚਾਹੁੰਦੇ ਨੇ ਕਿਉਂਕਿ ਇਹਨਾਂ ਨੇ ਫੀਸਾਂ ਪੇ ਕੀਤੀਆਂ ਨੇ, ਵਰਕ ਪਰਮਿਟ ਨੇ, ਕਿਰਾਇਆ ਪੈ ਰਿਹਾ, ਵੀਕਲੀ ਕਿਰਾਇਆ, ਹਫਤੇ ਬਾਅਦ ਕਿਰਾਇਆ ਦੇਣਾ ਪੈਂਦਾ, ਗੱਡੀਆਂ ਦੇ EMI ਜਾ ਰਹੀ ਹੈ, ਹਾਊਸ ਰੈਂਟ ਜਾ ਰਹੇ ਨੇ, ਤੇ ਸਰਕਾਰ ਨੂੰ ਮੰਗ ਕਰਦੇ ਨੇ ਵੀ ਪੈਸੇ ਜੇਬ 'ਚ ਨਹੀਂ ਹੈਗੇ, ਸਾਨੂੰ ਜਾ ਕੇ ਕਮਾਉਣ ਦਿੱਤਾ ਜਾਵੇ, ਸਾਨੂੰ ਕਮਾਈ ਕਰਨ ਦਿੱਤੀ ਜਾਵੇ, ਤਾਂ ਕਿ ਜੋ ਇੱਥੇ ਪੰਜਾਬ 'ਚ ਕਰਜ਼ਾ ਲੈ ਕੇ ਗਏ ਨੇ ਉਹ ਵੀ ਲਾ ਸਕਣ, ਉਹ ਬਾਹਰ ਜੋ ਇਹਨਾਂ ਨੇ ਪੈਸੇ ਦੇਣੇ ਨੇ ਉਹ ਵੀ ਦੇ ਸਕਣ। ਹੁਣ ਹੰਗਰ ਸਟ੍ਰਾਈਕ ਲਈ ਕਹਿਤਾ ਵੀ ਦਿੱਲੀ ਜਾ ਕੇ ਪ੍ਰੋਟੈਸਟ ਕਰਨਗੇ, ਧਰਨਾ ਦੇਣਗੇ, ਭਾਰਤ ਸਰਕਾਰ ਨੂੰ ਵੀ ਕਹਿਣਗੇ ਕਿ ਨਿਊਜ਼ੀਲੈਂਡ ਸਰਕਾਰ ਨਾਲ ਗੱਲਬਾਤ ਕਰੋ, ਨਿਊਜ਼ੀਲੈਂਡ ਸਰਕਾਰ ਸੁਣੇ, ਇਹਨਾਂ ਨੂੰ ਵਾਪਸ ਲੈ ਕੇ ਜਾਣ। ਲਗਭਗ 600 ਵਿਦਿਆਰਥੀ ਨੇ। ਜੇ ਹੋਰ ਪਰਿਵਾਰਾਂ ਦੀ ਗੱਲ ਕਰੀਏ ਅੰਕੜਾ ਹੋਰ ਵੀ ਵੱਧ ਸਕਦਾ ਹੈ। ਜੋ ਹੁਣ ਤੱਕ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਅਲੱਗ-ਅਲੱਗ ਜਗ੍ਹਾ 'ਤੇ ਵੀ ਫਸੇ ਨੇ, ਉਹ ਅੰਕੜਾ ਵੀ ਬੜਾ ਵੱਡਾ ਚਲਾ ਜਾਏਗਾ। ਹੁਣ ਦੇਖਦੇ ਹਾਂ ਵੀ ਸਰਕਾਰ ਗੱਲ ਸੁਣ ਪਾਏਗੀ ਕਿ ਨਹੀਂ। ਉਹ ਜਿਵੇਂ ਇਹਨਾਂ ਨੇ ਕਿਹਾ ਵੀ ਨਿਊਜ਼ੀਲੈਂਡ ਵਿੱਚ ਇੱਕ ਸਾਥੀ ਨੇ ਆਤਮ ਹੱਤਿਆ ਵੀ ਕਰ ਲਈ ਡਿਪਰੈਸ਼ਨ ਦੇ ਵਿੱਚ ਆ ਕੇ। ਹੁਣ ਕਿਹੜੇ ਪਾਸੇ ਸਰਕਾਰ ਜਾਊਗੀ, ਸੁਣਨਗੇ ਕਿ ਨਹੀਂ ਸੁਣਨਗੇ, ਇਹ ਸਮਾਂ ਦੱਸੂਗਾ। ਪਰ ਇਹ ਸਮੇਂ ਜ਼ਰੂਰ ਆਪਣੀ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ, ਪ੍ਰੋਟੈਸਟ ਕਰਨ ਜਾ ਰਹੇ ਨੇ। ਸਰਕਾਰ ਧਿਆਨ ਦੇਵੇ ਇਸ ਪਾਸੇ ਕਿ ਕੋਈ ਵੀ ਵਿਅਕਤੀ ਜੋ ਬਾਹਰੋਂ ਆਇਆ ਕਿਸੇ ਵੀ ਤਕਲੀਫ ਦਾ ਨੂੰ ਸਾਹਮਣਾ ਨਾ ਕਰਨਾ ਪਏ।